ਹੱਕਾਂ ਲਈ ਸੰਘਰਸ਼ ਕਰਾਂ ਜਾਂ ਫਸਲਾਂ ਦੀ ਕਰਾਂ ਸੰਭਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਰਿੰਕੂ ਚੌਧਰੀ ਤੇ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਕਿਸਾਨ ਜਿਹੜਾ ਸੜਕਾਂ ਤੇ ਉਤਰਿਆ ਹੋਇਆ ਤੇ ਸਰਕਾਰ ਦਾ ਪਿੱਠ ਸਿਆਪਾ ਕਰ ਰਿਹਾ। ਕੇਂਦਰ ਦੀ ਸਰਕਾਰ ਉੱਥੇ ਹੀ ਵਾਹ-ਵਾਹੀ ਕਰ ਰਹੀ ਹੈ ਕਿ ਬਈ ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਬਿੱਲ ਲਿਆਂਦਾ ਹੈ। ਉਹ ਕਿਸਾਨਾਂ ਦੇ ਰਾਖੇ ਨੇ ਐਰਾ ਵਗੈਰਾ, ਜੋ ਕਿ ਦੂਜੇ ਪਾਸੇ ਕਿਸਾਨ ਆਪਣੀਆਂ ਫਸਲਾਂ ਦੀ ਦੇਖਭਾਲ ਛੱਡ ਕੇ ਆਪਣੇ ਹੱਕਾਂ ਦੇ ਲਈ ਲੜਨ ਲਈ ਮਜਬੂਰ ਹੋ ਗਿਆ। जगह जगह रोष प्रदर्शन किए जा रहे हैं कि बई ਜਿਹੜੇ किसानों के हक ਵਿੱਚ सरकार कह रही है कि वो बिल लैके आए ने, अज ਉਹੀ किसान क्यों विरोध कर रहे हैं? अपने आप 'ਚ एक ਵੱਡਾ सवाल है। जिस इंसान के भलाई ਵਿੱਚ कोई गल ਹੁੰਦੀ है कि ਤੁਸੀਂ कदे देखिਆ कि ਉਹੀ ਉਸ ਦਾ विरोध करे, पर इस बार ਤਾਂ हो रहा है। क्यों? आओ ਤੁਹਾਨੂੰ ਦੱਸਦੇ ਹਾਂ। ਅੱਜ ਪੂਰੇ ਵਿਸਤਾਰ ਨਾਲ ਦੱਸਾਂਗੇ ਕਿ ਕਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਲਿਆਂਦੇ ਆਰਡੀਨੈਂਸ ਬਿੱਲਾਂ ਨੂੰ ਦੱਸਦਿਆਂ ਚੋਰ ਮੋਰੀ ਰਾਹੀਂ ਇਹਨਾਂ ਬਿੱਲਾਂ ਨੂੰ लागू करवा गई है। चोर मोरी इसलिए कह रहे हैं क्योंकि ये बिल लोक सभा ਅਤੇ ਰਾਜ ਸਭਾ ਵਿੱਚ ਪਾਸ ਕਰ ਦਿੱਤੇ ਗਏ ਨੇ ਤੇ ਸਰਕਾਰ ਨੇ ਇਸ ਤੇ ਚੋਰ ਮੋਰੀ ਇਹ ਰੱਖੀ ਕਿ ਉਹਨਾਂ ਨੇ ਇਜਲਾਸ ਦੌਰਾਨ ਪ੍ਰਸ਼ਨ ਕਾਲ ਨੂੰ ਹੀ ਖਤਮ ਕਰ ਦਿੱਤਾ। ਜੀ ਹਾਂ, ਲੋਕ ਸਭਾ ਅਤੇ ਰਾਜ ਸਭਾ ਵਿੱਚ ਪ੍ਰਸ਼ਨ ਕਾਲ ਨਹੀਂ ਹੋਇਆ, ਜਿਸ ਦੌਰਾਨ ਵਿਰੋਧੀ ਪਾਰਟੀਆਂ ਨੇ ਸਵਾਲ ਪੁੱਛਣੇ ਸੀ। ਸਰਕਾਰ ਤੇ ਆਰਡੀਨੈਂਸਾਂ ਦਾ ਅਸਲ ਮੰਤਵ ਸਾਹਮਣੇ ਆਉਣਾ ਸੀ, ਉਹੀ ਨਹੀਂ ਹੋਣ ਦਿੱਤਾ ਗਿਆ। आओ हुण देखते हैं सब तो पहला कि यह बिल ते इसका विरोध क्यों हो रहा, की ने यह बिल। दरअसल केंद्र सरकार वालों असैंशियल कमोडिटीज़ ऑर्डीनेंस, द फार्मिंग प्रोड्यूस ट्रेड एंड कॉमर्स ऑर्डीनेंस और द फार्मर्स एग्रीमेंट ऑन प्राइस इंश्योरेंस और फार्म सर्विस ऑर्डीनेंस नां दे 3 ऑर्डीनेंस लिआंदे गए ने। यह बिल आ तां भावें पहलां ही गए सन, पर हुण इन्हां विच शोध किया गया। पहलां गल करांगे असैंशियल कमोडिटीज़ ऑर्डीनेंस यानी कि जरूरी कमोडिटीज़ एक्ट बारे। यह बिल बहुत पहलां तो लागू है। इस दे तहत जिस तरह पहला बहुत ज़्यादा वड्डे पद्धर ते कोई व्यक्ति अनाज, फल, सब्जियां स्टोर नहीं कर सकता सी अते उसनूं हुण उसनूं हटा दिता गया, मतलब कि इस रोक नूं हुण हटा दिता गया अते हुण किसान अते हर कोई अपनी मर्जी दे नाल भंडारण कर सकता है। पर इत्थे दस दईए कि इस दे नाल काला बाजारी वध सकदी है, क्योंकि जेकर कोई भी वड्डे पद्धर ते अनाज दा भंडारण करेगा ਤਾਂ ਕਿੱਲਤ ਜਾਂ ਔਖੇ ਸਮੇਂ ਦੇ ਵਿੱਚ ਉਹ ਮਨ ਮਰਜ਼ੀ ਦੇ ਮੁੱਲ ਤੇ ਉਸ ਨੂੰ ਵੇਚ ਸਕਦਾ ਹੈ, ਜਿਸ ਕਾਰਨ ਇਸ ਬਿੱਲ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ। ਹੁਣ ਜੇਕਰ ਗੱਲ ਕਰੀਏ ਫਾਰਮਿੰਗ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਆਰਡੀਨੈਂਸ ਦੀ, ਤਾਂ ਇਸ ਨੂੰ ਵੀ ਖਤਮ ਕਰ ਦਿੱਤਾ ਗਿਆ ਅਤੇ ਕਿਸਾਨਾਂ ਨੂੰ ਇਹ ਸਹੂਲਤ ਦੇ ਦਿੱਤੀ ਗਈ ਹੈ ਕਿ ਉਹ ਦੇਸ਼ ਵਿੱਚ ਕਿਤੇ ਵੀ ਆਪਣੀ ਫਸਲ ਵੇਚ ਸਕਦਾ ਹੈ। ਹਾਲਾਂਕਿ ਉਹ ਪਹਿਲਾਂ ਵੀ ਵੇਚ ਸਕਦਾ ਸੀਗਾ। ਹੁਣ ਜੇ ਦੇਖੀਏ ਇਸ ਦਾ ਵਿਰੋਧ ਕਿਉਂ ਹੋ ਰਿਹਾ, ਤਾਂ ਇਸ ਦਾ ਕਾਰਨ ਇਹ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਕਿਸਾਨ ਦੂਰ ਜਾ ਕੇ ਜਾਂ ਫਿਰ ਬਾਹਰੀ ਰਾਜਾਂ ਵਿੱਚ ਜਾ ਕੇ ਆਪਣੀ ਫਸਲ ਵੇਚਦਾ ਹੈ, ਤਾਂ ਜੋ ਕੁਝ ਪੈਸਾ ਮਾਰਕੀਟ ਕਮੇਟੀਆਂ ਨੂੰ ਵੀ ਮਿਲਦਾ ਹੈ ਅਤੇ ਜਿਸ ਨਾਲ ਪੇਂਡੂ ਪੱਧਰ ਤੇ ਲਿੰਕ ਰੋਡ ਬਣਾਏ ਜਾਂਦੇ ਨੇ, ਉਹ ਖਤਮ ਹੋ ਜਾਵੇਗਾ, ਜਿਸ ਕਾਰਨ ਲੋਕ ਇਸ ਦਾ ਵਿਰੋਧ ਕਰ ਰਹੇ ਨੇ। ਤੀਜਾ ਬਿੱਲ ਹੈ ਦ ਫਾਰਮਰਸ ਐਗਰੀਮੈਂਟ ਔਨ ਪ੍ਰਾਈਸ ਇੰਸ਼ੋਰੈਂਸ ਅਤੇ ਫਾਰਮ ਸਰਵਿਸ ਆਰਡੀਨੈਂਸ। ਇਸ ਬਿੱਲ ਤਹਿਤ ਵਿਕਰੇਤਾ ਆਪਣੀ ਮਨ ਮਰਜ਼ੀ ਦੇ ਭਾਅ ਤੇ ਕਿਸੇ ਨੂੰ ਵੀ ਫਸਲ ਵੇਚ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਆੜਤੀਆ ਭਾਈਚਾਰਾ ਖਤਮ ਹੋ ਜਾਵੇਗਾ। ਅੱਜ ਜੋ ਕਿਸਾਨ ਭਾਈਚਾਰਾ ਆੜਤੀਆਂ ਤੇ ਨਿਰਭਰ ਕਰਦਾ ਹੈ ਅਤੇ ਦੁੱਖ ਸੁੱਖ ਦੇ ਵਿੱਚ ਉਹਨਾਂ ਕੋਲੋਂ ਪੈਸਾ ਲੈਂਦਾ ਹੈ, ਇਹ ਖਤਮ ਹੋ ਜਾਵੇਗਾ, ਕਿਉਂਕਿ ਜੇਕਰ ਕੋਈ ਵੀ ਵਿਅਕਤੀ ਹਰ ਵਾਰ ਕਿਸੇ ਨੂੰ ਵੀ ਫਸਲ ਵੇਚੇਗਾ ਤਾਂ ਇਸ ਦਾ ਨਤੀਜਾ ਇਹੀ ਹੋਵੇਗਾ ਕਿ ਉਹ ਜੇਕਰ ਕੋਈ ਵਿਪਤਾ ਦੇ ਵਿੱਚ ਆ ਜਾਂਦਾ ਹੈ ਜਾਂ ਉਸ ਤੇ ਕੋਈ ਵਿਪਤਾ ਆ ਜਾਂਦੀ ਹੈ ਤਾਂ ਆੜਤੀਏ ਤੋਂ ਪੈਸਾ ਨਹੀਂ ਲੈ ਸਕੇਗਾ। ਖੈਰ, ਇਹ ਤਾਂ ਸਨ ਆਰਡੀਨੈਂਸ ਅਤੇ ਇਹਨਾਂ ਦੇ ਵਿਰੋਧ ਹੋਣ ਦਾ ਕਾਰਨ। ਪਰ ਅੱਜ ਕਿਸਾਨਾਂ 'ਚ ਜੋ ਇੱਕ ਹੋਰ ਖਦਸ਼ਾ ਮੰਡਰਾਇਆ ਹੋਇਆ ਉਹ ਹੈ ਕਿ MSP ਉੱਥੇ ਕੇਂਦਰ ਸਰਕਾਰ ਵੱਲੋਂ ਵੀ ਕਿਸਾਨਾਂ ਨੂੰ ਭਰੋਸੇ ਵਿੱਚ ਲੈਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ ਹਾਂ, ਹੁਣ ਖੇਤੀਬਾੜੀ ਮੰਤਰੀ ਤੋਮਰ ਨੇ ਖੇਤੀ ਬਿੱਲਾਂ ਨੂੰ ਲੈ ਕੇ ਇੱਕ ਵੱਡਾ ਦਾਅਵਾ ਕੀਤਾ ਸੀ। ਉਹਨਾਂ ਨੇ ਕਿਹਾ ਕਿ ਸਾਡੇ ਐਕਟ ਵਿੱਚ ਕਿਸਾਨਾਂ ਨੂੰ ਕਈ ਆਪਸ਼ਨਸ ਮਿਲਣਗੇ, ਕਈ ਵਿਕਲਪ ਮਿਲਣਗੇ। ਇਹਨਾਂ ਨਵੇਂ ਕਾਨੂੰਨਾਂ ਨਾਲ ਅੰਤਰਰਾਜੀ ਵਪਾਰ ਵੀ ਖੁੱਲੇਗਾ। ਇਸ ਨਾਲ MSP ਖਤਮ ਨਹੀਂ ਹੋਵੇਗੀ ਅਤੇ ਇਹ ਬਿੱਲ APMC ਐਕਟ ਨੂੰ ਵੀ ਪ੍ਰਭਾਵਿਤ ਨਹੀਂ ਕਰੇਗਾ। ਹੁਣ ਇਹ ਬਿੱਲ ਕਿਸ ਨੂੰ ਕਿਸ ਹੱਦ ਤੱਕ ਅਫੈਕਟ ਕਰਦਾ ਹੈ, ਇਸ ਦਾ ਅੰਦਾਜ਼ਾ ਤਾਂ ਤੁਸੀਂ ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਦੇ ਵਿਰੋਧ ਤੋਂ ਲਗਾ ਹੀ ਸਕਦੇ ਹੋ। ਪਰ ਇਸ ਵਿਰੋਧ ਦਾ ਸੇਕ ਅਤੇ ਕਿਸਾਨਾਂ ਦੀਆਂ ਚੀਕਾਂ ਕੀ ਸਰਕਾਰ ਤੱਕ ਪਹੁੰਚਣਗੀਆਂ ਜਾਂ ਫਿਰ ਹਰ ਵਾਰ ਦੀ ਤਰ੍ਹਾਂ ਇੱਥੇ ਵੀ ਕਿਸਾਨਾਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾਵੇਗਾ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਫਿਲਹਾਲ ਦੀ ਕੜੀ ਤਾਂ ਕਿਸਾਨਾਂ ਵੱਲੋਂ ਵਿਰੋਧੀ ਪਾਰਟੀਆਂ ਵੱਲੋਂ ਸੜਕਾਂ ਤੇ ਰੋਸ ਰੈਲੀਆਂ, ਰੋਸ ਪ੍ਰਦਰਸ਼ਨ ਲਗਾਤਾਰ ਇਹਨਾਂ ਬਿੱਲਾਂ ਦੇ ਖਿਲਾਫ ਜਾਰੀ ਹੈ। ਹੁਣ ਕਿਸਾਨਾਂ ਦੀ ਆਵਾਜ਼, ਵਿਰੋਧੀ ਪਾਰਟੀਆਂ ਦੀਆਂ ਇਹ ਮੰਗਾਂ ਸਰਕਾਰ ਸੁਣਦੀ ਹੈ ਜਾਂ ਫਿਰ ਇੱਥੇ ਵੀ ਅਣਗੌਲੀ ਕੀਤੀ ਜਾਂਦੀ ਹੈ, ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸ ਹੀ ਦੇਵੇਗਾ।